ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇਹ, ਜਿਉ ਕੁੰਚਰ ਇਸ਼ਨਾਨ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਏ ਬਿਦ ਭਈ, ਤਉ ਨ ਹਰਿ ਰਸ ਲੀਨ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਨਾਨਕ ਥਿਰ ਹਰਿ ਭਗਤ ਹੈ, ਤੇ ਰਾਖੋ ਮਨ ਮਾਹੇ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਰਾਮ ਗਇਓ ਰਾਵਨ ਗਇਓ, ਜਾਂ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਰਾਮ ਗਇਓ ਰਾਵਨ ਗਇਓ, ਜਾਂ ਕਉ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਪਿਆਰੀ ਪਾਵਨ ਬਾਣੀ, ਜਿਹਨੂੰ ਅਸੀਂ ਸ਼ਲੋਕ ਮਹਿਲਾ 9ਵਾਂ ਦੇ ਨਾਮ ਨਾਲ ਭੋਗ ਦੇ ਸ਼ਲੋਕਾਂ ਨਾਲ ਯਾਦ ਕਰਦੇ ਹਾਂ, ਉਸ ਪਾਵਨ ਬਾਣੀ ਦੀ ਵਿਚਾਰ ਸਤਿਗੁਰੂ ਦੀ ਰਹਿਮਤ ਸਦਕਾ ਅਸੀਂ ਕਰ ਰਹੇ ਹਾਂ ਜੀ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 45 ਸ਼ਲੋਕਾਂ ਦੀ ਹੁਣ ਤੱਕ ਅਸੀਂ ਵਿਚਾਰ ਕੀਤੀ ਹੈ। 46 ਸ਼ਲੋਕ ਤੋਂ ਲੈ ਕੇ 50 ਸ਼ਲੋਕਾਂ ਤੱਕ ਅੱਜ ਦੀ ਵੀਡੀਓ ਵਿੱਚ ਅਸੀਂ ਵਿਚਾਰਾਂਗੇ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੀ 10ਵੀਂ ਵੀਡੀਓ ਹੈ, 10ਵਾਂ ਪਾਰਟ ਹੈ, ਜਿਹਦੇ ਵਿੱਚ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਦੀ ਇਸ ਵਿਚਾਰ ਨੂੰ ਸਮਝ ਕੇ ਅੰਮ੍ਰਿਤਮਈ ਜੀਵਨ ਬਤੀਤ ਕਰਨਾ ਹੈ। ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ, ਪੁੱਤਰਾਂ ਦੇ ਦਾਨੀ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਆਪਾਂ ਸਾਰੇ ਸਾਂਝ ਪਾਈਏ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਲੋਕਾਂ ਦੇ ਵਿੱਚ ਜੋ ਅਪਾਰ ਕਿਰਪਾ ਕੀਤੀ ਹੈ, ਉਹਦੀ ਵਿਚਾਰ ਆਰੰਭ ਕਰਦੇ ਹਾਂ। ਜਿਹੜਾ 46 ਨੰਬਰ ਸ਼ਲੋਕ ਹੈ, ਉਹਦੇ 'ਚ ਕਹਿੰਦੇ ਨੇ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਕੋਈ ਵੀ ਇਨਸਾਨ ਦੁਨੀਆ ਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਛੱਡ ਕੇ, ਬੰਦਗੀ ਛੱਡ ਕੇ ਹੋਰ ਕਰਮ ਕਾਂਡ ਕਰਦਾ ਫਿਰੇ, ਜਿਨ੍ਹਾਂ ਕਰਮ ਕਾਂਡਾਂ ਦਾ, ਜਿਨ੍ਹਾਂ ਕੰਮਾਂ ਦਾ ਕੋਈ ਲਾਭ ਉਹਦੀ ਜਿੰਦ ਨੂੰ, ਉਹਦੀ ਆਤਮਾ ਨੂੰ, ਉਹਦੇ ਮਨ ਨੂੰ ਨਾ ਪਹੁੰਚਾ, ਉਹਦੀ ਜਿੰਦ ਨੂੰ, ਉਹਦੇ ਮਨ ਨੂੰ ਜਿਹਦਾ ਕੋਈ ਲਾਭ ਨਾ ਹੋਵੇ, ਜਿਹਦਾ ਕੋਈ ਫਾਇਦਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਪਰਮਾਤਮਾ ਦੀ ਬੰਦਗੀ ਛੱਡ ਕੇ, ਰੱਬ ਦਾ ਸਿਮਰਨ ਛੱਡ ਕੇ ਤੀਰਥ ਇਸ਼ਨਾਨ ਕਰਦਾ ਫਿਰੇ, ਵਰਤ ਭਾਵ ਵਰਤ ਰੱਖਦਾ ਫਿਰੇ, ਅਰ ਦਾਨ ਕਰ ਅਤੇ ਦਾਨ ਪੁੰਨ ਕਰਨ ਦੇ ਪਖੰਡ ਕਰਦਾ ਫਿਰੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਨ ਮੈਂ ਧਰੈ ਗੁਮਾਨ, ਅਤੇ ਤੀਰਥਾਂ ਦੇ ਇਸ਼ਨਾਨ ਵਰਤ ਰੱਖ ਕੇ ਤੇ ਦਾਨ ਪੁੰਨ ਕਰਕੇ ਆਪਣੇ ਮਨ ਦੇ ਵਿੱਚ ਹੰਕਾਰ ਵੀ ਪੈਦਾ ਕਰ ਲਵੇ ਕਿ ਮੈਂ ਬਹੁਤ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਚੁੱਕਾ, ਮੈਂ ਬਹੁਤ ਸਾਰੇ ਤੀਰਥਾਂ 'ਤੇ ਜਾ ਚੁੱਕਾ, ਮੈਂ ਬਹੁਤ ਸਾਰੇ ਵਰਤ ਰੱਖਦਾ ਜੀ, ਮੈਂ ਬਹੁਤ ਜ਼ਿਆਦਾ ਦਾਨ ਪੁੰਨ ਕਰਦਾ, ਔਰ ਇਹ ਸਾਰੇ ਕੰਮ ਕਰਕੇ ਹੰਕਾਰ ਪੈਦਾ ਹੋ ਜਾਵੇ। ਵੈਸੇ ਹੰਕਾਰ ਤਾਂ ਉਸ ਇਨਸਾਨ ਦੇ ਅੰਦਰ ਹੀ ਪੈਦਾ ਹੋਵੇਗਾ ਨਾ, ਜਿਹਦੇ ਅੰਦਰ ਪਰਮੇਸ਼ਰ ਦੀ ਭਗਤੀ ਨਾ ਹੋਵੇਗੀ, ਬੰਦਗੀ ਨਾ ਹੋਵੇਗੀ। ਅਤੇ ਜਿਹਦੇ ਅੰਦਰ ਬੰਦਗੀ ਹੋਵੇਗੀ, ਉਹ ਇੱਦਾਂ ਦੇ ਕਰਮ ਕਾਂਡ ਕਰਦਾ ਹੀ ਨਹੀਂ। ਜਿਹੜਾ ਅੰਦਰੋਂ ਅਤੇ ਬਾਹਰੋਂ ਨਿਰੰਕਾਰ ਦੇ ਪਿਆਰ ਵਿੱਚ ਭਿੱਜਾ ਹੋਵੇ, ਜਿਹਨੂੰ ਅੰਮ੍ਰਿਤ ਦੀ ਦਾਤ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਚੁੱਕੀ ਹੋਵੇ, ਉਹ ਤਾਂ ਇੱਦਾਂ ਦੇ ਕਰਮ ਕਾਂਡ ਨਹੀਂ ਕਰਦਾ। ਸਤਿਗੁਰੂ ਨੇ ਪਾਵਨ ਬਾਣੀ ਵਿੱਚ ਵੇਖੋ ਕਿੰਨਾ ਸੋਹਣਾ ਇਸ਼ਾਰਾ ਕੀਤਾ, ਕਹਿੰਦੇ ਨੇ, ਤੀਰਥ ਨਹਾਵਣ ਜਾਊਂ ਤੀਰਥ ਨਾਮ ਹੈ।
ਤੀਰਥਾਂ ਦਾ ਇਸ਼ਨਾਨ ਤਾਂ ਮੈਂ ਵੀ ਕਰਦਾ, ਪਰ ਮੇਰੇ ਲਈ ਬਾਹਰਲੇ ਤੀਰਥ ਮਾਇਨੇ ਨਹੀਂ ਰੱਖਦੇ। ਤੀਰਥ ਨਹਾਉਣ ਜਾਣਾ ਮੈਂ ਵੀ ਤੀਰਥਾਂ ਤੇ ਨਹਾਉਣ, ਲੇਕਿਨ ਪ੍ਰਮਾਤਮਾ ਦਾ ਨਾਮ ਹੀ ਮੇਰੇ ਲਈ ਤੀਰਥ ਦਾ ਇਸ਼ਨਾਨ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੈਂ ਸ਼ਬਦ ਦੀ ਵਿਚਾਰ ਦੇ ਤੀਰਥ ਵਿੱਚ ਨਹਾਉਂਦਾ ਹਾਂ, ਜਿਹਦੇ ਨਾਲ ਮੇਰੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਸਾਂਝ ਪੈਦਾ ਹੁੰਦੀ ਹੈ, ਮੈਨੂੰ ਸੱਚ ਗਿਆਨ ਤੇ ਪ੍ਰਕਾਸ਼ ਮਿਲਦਾ ਹੈ। ਹੁਣ ਸਤਿਗੁਰੂ ਨੇ ਇਸੇ ਹੀ ਸ਼ਬਦ ਵਿੱਚ ਪਤਾ ਕੀ ਕਿਹਾ, ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਦੁਨੀਆ ਤਾਂ ਰੋਗੀ ਹੋਈ ਫਿਰਦੀ ਹੈ, ਸਾਰੇ ਕੰਮ ਆਪਾਂ ਕਰਦੇ, ਪੁੰਨ ਦਾਨ ਕਰਦੇ ਹਾਂ, ਵਰਤ ਵੀ ਰੱਖਦੇ ਹਾਂ। ਹੁਣ ਸਤਿਗੁਰੂ ਦੀ ਪਾਣ ਬਾਣੀ ਵਿੱਚੋਂ ਪੜ੍ਹ ਲਓ ਤੇ ਮਹਾਰਾਜ ਕਹਿੰਦੇ ਨੇ ਵਰਤ ਰੱਖਣ ਵਾਲੇ ਵੀ ਬਹੁਤ ਸਾਰੇ ਲੋਕ ਹੈ। ਹੁਣ ਵਰਤ ਰੱਖ ਕੇ ਕੋਈ ਪਰਮੇਸ਼ਰ ਨੂੰ ਮਿਲਦਾ? ਗੁਰਬਾਣੀ ਵਿੱਚੋਂ ਪੜ੍ਹ ਕੇ ਵੇਖਿਓ, ਕਹਿੰਦੇ ਨੇ ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਅੰਨ ਖਾਣਾ ਨਾ ਖਾਣਾ ਇਹ ਸਰੀਰ ਨੂੰ ਦੁੱਖ ਦੇਣ ਵਾਲੀ ਗੱਲ ਹੈ। ਕੋਈ ਬੰਦਾ ਕਹੇ ਮੈਂ ਭੁੱਖਾ ਰਹਿਣਾ, ਜਿਵੇਂ ਭੁੱਖ ਹੜਤਾਲ ਆਪਾਂ ਕਰਦੇ ਹਾਂ, ਉਹਦਾ ਮਤਲਬ ਹੁੰਦਾ ਹੈ ਵੀ ਸਾਨੂੰ ਸਾਡੇ ਨਾਲ ਕਿਤੇ ਗਲਤ ਹੋ ਰਿਹਾ ਹੋਵੇ ਤੇ ਆਪਾਂ ਭੁੱਖ ਹੜਤਾਲ ਤੇ ਬਹਿ ਜਾਂਦੇ। ਉਹ ਇੱਕ ਵੱਖਰੇ ਅੰਦੋਲਨ ਦਾ ਪ੍ਰਤੀਕ ਹੁੰਦਾ। ਪਰ ਕੋਈ ਕਰਮਕਾਂਡ ਦੇ ਤਹਿਤ ਵਰਤ ਰੱਖੇ, ਭੁੱਖਾ ਰਵੇ, ਤੇ ਸਤਿਗੁਰ ਕਹਿੰਦੇ ਅੰਨ ਨਾ ਖਾਏ। ਜੇ ਤੂੰ ਅੰਨ ਨਹੀਂ ਖਾ ਰਿਹਾ, ਦੇਹੀ ਦੁੱਖ ਦੀਜੈ, ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ, ਇਹਦੇ ਨਾਲ ਰੱਬ ਨਹੀਂ ਖੁਸ਼ ਹੋਣ ਲੱਗਾ। ਉਹਨੇ ਤਾਂ ਰਿਜ਼ਕ ਪੈਦਾ ਹੀ ਤੇਰੇ ਖਾਣ ਲਈ ਕੀਤਾ। ਜੇ ਭੁੱਖਾ ਰੱਖ ਕੇ ਪਰਮੇਸ਼ਰ ਨੂੰ ਖੁਸ਼ ਕੀਤਾ ਜਾ ਸਕਦਾ ਹੋਵੇ ਤਾਂ ਫਿਰ ਤਾਂ ਰਿਜ਼ਕ ਪੈਦਾ ਹੀ ਨਾ ਕਰੇ ਨਿਰੰਕਾਰ। ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ, ਬਿਨਾ ਗੁਰੂ ਦੇ ਗਿਆਨ ਤੋਂ ਤ੍ਰਿਪਤ ਨਹੀਂ ਤੂੰ ਰਜਣਾ ਨਹੀਂ ਥੀਜੈ। ਹੁੰਦਾ ਹੀ ਨਹੀਂ ਇਨਸਾਨ ਦਾ ਮਨ ਤ੍ਰਿਪਤ ਜਦੋਂ ਤੱਕ ਗੁਰੂ ਦਾ ਗਿਆਨ ਨਾ ਪ੍ਰਾਪਤ ਹੋਵੇ। ਤੇ ਕੋਈ ਬੰਦਾ ਕਹੇ ਵੀ ਇਦਾਂ ਕਰਨ ਨਾਲ ਕੁਛ ਜ਼ਿਆਦਾ ਮਿਲ ਜਾਏ, ਤੇ ਹੁਣ ਪੁੰਨ ਦੀ ਆਪਾਂ ਗੱਲ ਕਰਦੇ। ਸਤਿਗੁਰੂ ਕਹਿੰਦੇ ਤੀਰਥ ਇਸ਼ਨਾਨ ਤੇ ਵਰਤ ਰੱਖ ਕੇ ਤੇ ਪੁੰਨ ਦਾਨ ਕਰਕੇ ਪਰਮੇਸ਼ਰ ਨਹੀਂ ਮਿਲਦਾ। ਇਨ੍ਹਾਂ ਕਰਮ ਕਾਂਡਾਂ ਨਾਲ ਕਰਨ ਤੋਂ ਬਾਅਦ ਇਨਸਾਨ ਦੇ ਮਨ 'ਚ ਹੰਕਾਰ ਪੈਦਾ ਹੁੰਦਾ ਵੀ ਮੈਂ ਬਹੁਤ ਵੱਡਾ ਧਰਮੀ ਹਾਂ। ਸਤਿਗੁਰੂ ਕਹਿੰਦੇ ਸਾਰੇ ਕਰਮ ਕਾਂਡ ਕਰੇ, ਪਰਮੇਸ਼ਰ ਦੀ ਯਾਦ ਤੋਂ ਵੀ ਹੋਣਾ ਹੋਵੇ ਤੇ ਆਪਣੇ ਮਨ ਵਿੱਚ ਮਨ ਮੈਂ ਧਰੈ ਗੁਮਾਨ, ਅਤੇ ਆਪਣੇ ਮਨ ਵਿੱਚ ਹੰਕਾਰ ਪੈਦਾ ਕਰ ਲਵੇ ਵੀ ਮੈਂ ਬਹੁਤ ਜ਼ਿਆਦਾ ਧਰਮੀ ਹਾਂ। ਨਾਨਕ ਨਿਹਫਲ ਜਾਤ ਤੇਹੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹਨਾਂ ਦਾ ਕੋਈ ਫਲ ਨਹੀਂ ਮਿਲਦਾ। ਨਿਹਫਲ, ਫਲ ਤੋਂ ਬਗੈਰ। ਆਹ ਜਿਹੜੇ ਕੰਮ ਕਰਦੇ ਨਾ, ਇਹਨਾਂ ਦਾ ਕੋਈ ਵੀ ਫਲ ਨਹੀਂ ਮਿਲਦਾ। ਜ਼ਿੰਦਗੀ ਭਰ ਬੰਦਾ ਭਾਵੇਂ ਜਿੰਨਾ ਮਰਜ਼ੀ ਇਹ ਕਰਮਕਾਂਡ ਕਰੀ ਜਾਏ, ਪਾਣੀ 'ਚ ਮਧਾਣੀ ਪਾ ਕੇ ਬੈਠੇ ਰਹੋਗੇ ਰਾਤ ਦਿਨ, ਤੇ ਉਹਦੇ ਚੋਂ ਕਿਤੇ ਮੱਖਣ ਨਿਕਲਣ ਲੱਗਾ। ਸਮਝਿਓ ਕਿ ਪਾਣੀ ਵਿੱਚ ਮਧਾਣੀ ਪਾ ਕੇ ਬੈਠੇ ਰਹੋਗੇ ਤੇ ਉਹਦੇ ਚੋਂ ਮੱਖਣ ਨਿਕਲਣ ਲੱਗਾ, ਕੁਝ ਵੀ ਨਹੀਂ ਨਿਕਲਣਾ। ਗੁਰਬਾਣੀ ਵਿੱਚ ਤਾਂ ਸ਼ਰੇਆਮ ਸਤਿਗੁਰੂ ਨੇ ਗੱਲ ਕਹੀ ਵੀ ਇਹ ਕਰਮਕਾਂਡ ਹੈ, ਇਹਨਾਂ ਨੂੰ ਕਰਨ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਬੜਾ ਹੀ ਪਿਆਰਾ ਆਉਂਦਾ, ਜਿਹਦੇ ਵਿੱਚ ਸਤਿਗੁਰੂ ਨੇ ਆਖਿਆ, ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਕਹਿੰਦੇ ਆ ਜਿਹੜੇ ਕਰਮਕਾਂਡ ਕਰਦੇ ਹੋ ਇਹਨਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ। ਜਪੋ ਤਾਂ ਏਕੋ ਨਾਮਾ, ਪਰਮੇਸ਼ਰ ਦੀ ਭਗਤੀ ਵਿੱਚ ਚਿੱਤ ਲਾਓ। ਇਹਨਾਂ ਕਰਮਕਾਂਡਾਂ ਨਾਲ ਜ਼ਿੰਦਗੀ ਦਾ ਸਮਾਂ ਵੇਸਟ ਹੁੰਦਾ ਹੈ, ਪੈਸਾ ਵੇਸਟ ਹੁੰਦਾ ਹੈ, ਮਿਲਦਾ ਕੱਖ ਵੀ ਨਹੀਂ। ਔਰ ਇਹ ਸੱਚ ਹੈ। ਬਹੁਤ ਸਾਰੇ ਲੋਕ ਸਮਾਜ ਵਿੱਚ ਐਸੇ ਨੇ ਜਿਹੜੇ ਲੰਮੇ ਸਮੇਂ ਤੋਂ ਇਹ ਕੰਮ ਕਰੀ ਜਾ ਰਹੇ। ਜਿਵੇਂ ਜਠੇਰੇ ਪੂਜਣ ਦੀ ਗੱਲ ਮੈਂ ਕਰਦਾ, ਜਠੇਰੇ ਪੂਜਣੇ। ਥੋੜ੍ਹੇ ਦਿਨ ਪਹਿਲਾਂ ਵੀ ਮੈਨੂੰ ਇੱਕ ਕਾਲ ਆਈ ਸੀ, ਜਿਹਦੇ ਵਿੱਚ ਇੱਕ ਮੇਰੀ ਭੈਣ ਨੇ ਮੈਨੂੰ ਇਹ ਪੁੱਛਿਆ ਸੀ ਵੀ ਸਾਡੇ ਜਿਹੜੇ ਬਜ਼ੁਰਗ ਹੈ ਉਹ ਸਾਡੇ ਨਾਲ ਧੱਕਾ ਕਰ ਰਹੇ ਆ ਵੀ ਤੁਸੀਂ ਜਠੇਰਿਆਂ 'ਤੇ ਜਾ ਕੇ ਪੂਜਾ ਕਰਕੇ ਆਓ। ਲੇਕਿਨ ਮੈਂ ਨਹੀਂ ਮੰਨਦੀ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ। ਮੈਂ ਮੜੀਆਂ ਮਸਾਣਾਂ 'ਤੇ ਨਹੀਂ ਜਾਂਦੀ, ਪਰ ਮੇਰੇ ਨਾਲ ਧੱਕਾ ਹੋ ਰਿਹਾ ਤੇ ਵੀਰ ਜੀ ਮੈਨੂੰ ਕੀ ਕਰਨਾ ਚਾਹੀਦਾ। ਤੇ ਮੈਂ ਬੇਨਤੀ ਕੀਤੀ ਸੀ, ਭੈਣੇ ਤੂੰ ਡਟੀ ਰਹਿ, ਗੁਰੂ ਦਾ ਸਹਾਰਾ ਲੈ, ਗਲਤ ਕੰਮ ਨਹੀਂ ਕਰਨਾ। ਨਹੀਂ ਜੀ, ਆਖੇ ਸਾਡੇ ਬਜ਼ੁਰਗ ਕਰਦੇ ਆਏ ਸੀ, ਆਪਾਂ ਵੀ ਕਰਨਾ। ਜੇ ਬਜ਼ੁਰਗ ਗਲਤ ਕੰਮ ਕਰਦੇ ਆਏ ਸੀ ਤੇ ਜ਼ਰੂਰੀ ਨਹੀਂ ਵੀ ਤੁਸੀਂ ਵੀ ਗਲਤੀ ਕੰਮ ਕਰੋ। ਸਤਿਗੁਰ ਕਹਿੰਦੇ ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਨਾ ਹਾਥੀ ਇਸ਼ਨਾਨ ਕਰਕੇ ਫਿਰ ਸਵਾਹ ਮਿੱਟੀ ਖੇ ਆਪਣੇ ਉੱਤੇ ਸੁੱਟ ਲੈਂਦਾ ਹੈ, ਉਹਦੇ ਇਸ਼ਨਾਨ ਦਾ ਕੋਈ ਫਾਇਦਾ ਨਹੀਂ ਹੁੰਦਾ। ਇਹੋ ਜਿਹੇ ਕੰਮ ਕਰਨ ਵਾਲੇ ਹੰਕਾਰੀ ਪੁਰਸ਼ ਹੋ ਕੇ ਦੁਬਾਰਾ ਫਿਰ ਆਪਣੇ ਉੱਤੇ ਗੰਦ ਸੁੱਟ ਲੈਂਦੇ ਨੇ। ਹੰਕਾਰ ਵਿੱਚ ਆ ਕੇ ਉਹਨਾਂ ਦੇ ਕੀਤੇ ਇਹ ਕੰਮ ਸਮਝ ਲਓ ਹਾਥੀ ਦਾ ਇਸ਼ਨਾਨ ਹੈ, ਭਾਵ ਕੋਈ ਵੀ ਫਾਇਦਾ ਨਹੀਂ ਹੈ। ਇਹਦੇ ਨਾਲ ਜ਼ਿੰਦਗੀ ਦਾ ਸਮਾਂ ਆਪਾਂ ਨਿਫਲ ਗਵਾ ਰਹੇ ਹਾਂ। 47 ਨੰਬਰ ਸ਼ਲੋਕ 'ਚ ਕਹਿੰਦੇ ਨੇ ਸਿਰ ਕੰਪਿਓ ਪੱਗ ਡਗ ਮਗੇ। ਕਹਿੰਦੇ ਮੌਤ ਆਉਣ ਵਾਲੀ ਬੰਦੇ ਨੂੰ ਵੇਖੋ,
फिर भी आ कर्मकांड करी जाता, पता भी जिंदगी का तो कोई पता नहीं भी किहड़े वेले पटाका पै जाए। सिर कंपिओ जदों ना इंसान ते वडेपा आ जाए तो फिर की हुंदा, इंसान का जिहड़ा सिर है वह कंबना शुरू हो जाता। सिर कंपिओ, सिर इदां आपां ਵੇਖਦੇ ना कई बजुर्ग बैठे हुंदे सिर कंबदा हुंदा उन्हां दा। इहनूं मजाक 'च नहीं आपां लेना, आपां भी हो सकदा उस अवस्था 'ਚ लंघना पै जावे, सानूं भी हत्थ साडे भी कंबणगे, सिर साडा भी कंबेगा। हुण अवस्था की गल है, कहंदे जदों वडेपा हुंदा ना बंदे ते फिर हुंदा की है, सिर कंपिओ, सिर कंबना शुरू हो जाता। पग डगमगे, पैर थिड़कने शुरू हो जाते। जो बंदा तुरदा तो वो पैर थिड़कते होंगे। इसलिए बजुर्ग जो तुरते हैं तो अपने हत्थ में डंडा नहीं फड़ते, छड़ी फड़ते, वो सहारा ना लेंदे। सिर कंपिओ पग डगमगे, नैन जोतहीन, सिर जिहड़ा कंबना शुरू हो जाता, पैर थिड़कने शुरू हो जाते हैं। अखां की जिहड़ी जोत है वह घट जाती है, फिर ऐनकां लाउणियां पैंदियां ने ते कई बार ऐनकां भी काम नहीं करदियां, अखां की जोत घट जाती है। कहो नानक ये बिद भई, वेखो धन गुरु तेग बहादुर महाराज सच्चे पातशाह कहते शरीर की आ हालत भी हो गई, बंदे दे ना शरीर की आ हालत हो गई, तऊ ना ये बावजूद भी हर रस लीन, अजे भी वो परमात्मा के नाम का रस नहीं लै रहा, अजे भी वो होरना कामां विच पुठियां कामां विच तुरिया फिरदा। परिवार का मोह, संसार का मोह, चीज़ों का मोह इन्ना ज़्यादा प्रबल हुंदा भी उन्होंने सुझदा ही कख नहीं। कई तो बुढ़ेपे विच जाके होर ज़्यादा मूर्खता करन लग पैंदे ने, जिन्हां दे बारे आख्या गया 70 का मतहीन 80 का व्यवहार ना पावे। कई बार इस उम्र 'च जाके बंदा होर मतहीन हो जाता, पर गुरमुख बुढ़े कदे ना ही, सच जाने जिहड़े गुरु नाल जुड़े रहिंदे ने उन्हां ते बुढ़ेपा नहीं हुंदा। भाव शरीर बुढ़ा हो जाता लेकिन मत उन्हां दी हमेशा जवान रहिंदी है। इस श्लोक विच ये गल कही कि मौत हर बंदे नूं आउणी, हो सकदा बुढ़ेपा भी आवे, पर याद रखियो ये गल कि शरीर नाश हो जाने वाली चीज़ है, सदा रहन वाली नहीं। इसलिए जिन्ना को टाइम मिले, जिन्ना को समा मिले, वाहिगुरु दे निरंकार दे ध्यान विच लगाओ ताकि जिहड़ी साडी जिंदगी है ये सफल हो सके। 48 नंबर श्लोक है, निज कर देखियो जगत मैं को काहूँ को नाहि। कहते मैं ना हुण तक इस संसार नूं निज कर देखियो, निज भाव अपना कर देखियो, मैं ना इनू अपना समझ के ही वेखदा रहा, दुनिया नूं ना मैं यही वेखदा रहा भी ये मेरी है, ये मेरी है, ये मेरी है, मैं यही समझदा रहा। पर गुरु तेग बहादुर साहब कहते इस जगत नूं जिन्ना मैं अपना मन्निया ना, जिन्ना अपना समझिया, को काहूँ को नाहे, असल च ये धोखा सी। इत्थे तां कोई भी चीज़ किसी की है ही नहीं है, इत्थे सब कुछ बगाना। असल में आपां वरतन लई आए हैं दुनिया 'च, पर आपां ताली मारने शुरू कर दिंदे हैं और मल्लां मारनियां शुरू कर दिंदे। इत्थे दुनिया विच आपां आए हैं थोड़े समय के लिए, पर गुरु तेग बहादुर साहब कहते मूर्ख इंसान इस भुलेखे 'च जिउंदा रहिंदा भी ये मेरा है, क्योंकि संसार नूं अपना मन के बह जांदा, पर संसार अपना हुंदा नहीं है। ये कुदरत का एक नियम है, सानू कुदरत पैदा करती है, उस तो बाद कुदरत फिर अगां तुरी जाती है। नानक थिर हर भगत है, असी सदा नहीं रहना, असी थिर नहीं हाँ। थिर की है, थिर हर भगत है, सदा रहन वाली परमात्मा की भगती है, परमात्मा के गुण ने, परमात्मा का सिमरन है, परमात्मा आप है। असी की हाँ, असी जम्मण मरण के गेड़ 'च पए हुए हैं, असी साडा जिहड़ा वो सिस्टम हैगा ना वो चलदा ही रहना, असी जिहड़े वो हमेशा रही संसार 'च नहीं रहना। नानक थिर हर भगत है, तेह राखो मन माहे। कहते ने इसलिए परमात्मा की भगती नूं, रब की बंदगी नूं अपने मन विच रख बंदिया, जिन्हें तेरा पार उतारा करना, नहीं तो झूठियां चीज़ों विच पै के झूठ नूं इकट्ठा करी जाएगा, कच नूं इकट्ठा करी जाएगा ना, तो उहदा कोई मुल नहीं है। अगे है 49 नंबर श्लोक, कहते जग रचना सब झूठ है, जान लिहो रे मीत। बड़ी वड्डी गल धन गुरु तेग बहादुर साहब ने कही। कहते मेरे मित्रों इस गल नूं ध्यान नाल सुन लो, जग रचना सब झूठ है। आ जिहड़ी रचना है ना निरंकार ने कीती हुई इस संसार दी, ये झूठ है, ये सच नहीं है। भाव के सदा रहन वाली नहीं, आउण जाण वाला सिस्टम है। ये तां गड्डी चल रही है, कई चढ़ते कई उतरते हैं, कई चढ़ते हैं कई उतरते हैं। भुलेखे च ना रहियो भी आपां जिहड़ी कुर्सी ते बह गए, जिस आसन हम बैठे किते बैस गया, जिथे बैठे हैं कईयां ने आउणा कईयां ने जाना, सदा लई कोई नहीं रहिंदा, पर मल मार के आपां बह जाने। मैं एक दिन पहलां भी ये गल कही सी भी बहुत सारे लोग इसे भुलेखे विच जिउंदे ने, आपां मरना ही नहीं खौरे,
पर गुरु तेग बहादुर साहब ने इशारा बड़ा कमाल का किया, कहते दुनिया 'च सदा कोई भी नहीं रहिंदा, मरना मुलना मरना, सारा संसार इस खेड विच पिया होया। जो जन्म है तिस सर पर मरना, जिहड़ा जम्मिया वो मरेगा, जे फुल खिड़िया है उन्हें कमलाउणा ही कमलाउणा, ये सच जानियो। जिहड़ा जम्मिया उन्हें मरना ही मरना। सो ये नहीं भी कोई जम्मिया तो फिर वाजे वजाओ तो मर जाए तो उस तो बाद रोना कल्पना शुरू कर दिओ, ये तो संसार की खेड है। ये मेरे मित्रों इस गल नूं ध्यान नाल समझ लिओ। हाँ मैं हंकार विच आके कर रहे हो पाप कुकर्म किसी का बुरा, ये छड्ड दिओ, इत्थे सदा कोई नहीं रहिंदा। कह नानक थिर ना रहे। गुरु तेग बहादुर साहब कहते ने सच ये है, आपां इत्थे सदा नहीं रहना। ज्यों बालू की भीत, जिवें कच्ची कंध होंदी है ना रेत की जिहड़ी कंध होंदी है, जिस तरह वो किर जाती है हौली हौली हौली। रेत की कोई कंध बना ले, बालू भाव रेत, कोई रेत की कंध बना के आके भी लै भी हुण दीवार खड़ी कर ली, वो तो किर जाती है हौली हौली। कहते इस तरह ही इस शरीर की गल है, इस संसार की गल है। कहाँ बिसासा इस भांडे का इतनक लागो ठनका, ਇਹਦਾ पता ही कख नहीं कदों आपां मर जाइए खत्म हो जाइए। सो ये इशारे बड़े कमाल दे आ बंदे नूं समझाउण लई कि बंदिया तू दुनिया 'च आया पर ये सच नहीं है, सदा नहीं रहना। तेन मैं समझा रहा, जो काम कर रहा अजे भी उन्हां कामां नूं छड्ड दे, सीधे रस्ते ते पै जा। राम गयो रावण गयो जाको बहु परिवार, 50 नंबर श्लोक है। कहते ने दुनिया 'च रहा कौन? रामचंद्र जी संसार विच आए, जिन्होंने लोगों ने भगवान कह के पूजिया, शरीरक रूप विच वो भी नहीं रहे। रावण गयो, रावण जिहड़ा सी शरीरक रूप दे विच वो भी नहीं रहे। जाको बहु परिवार, जिन्हां दे वड्डे वड्डे परिवार कहे जाते सी, बड़े बड़े वड्डे परिवारां वाले लोग, बड़े धनवान वड्डे वड्डे किलियां वाले लोग, राज भाग दे मालक, कहते कोई रहा नहीं रहा। ना रामचंद्र जी शरीरक रूप विच रहे, ना रावण जी शरीरक रूप विच रहे। कहो नानक थिर कश नहीं। गुरु तेग बहादुर साहब कहते ने मेरी गल ध्यान नाल सुनियो, इत्थे कोई भी सदा कायम रहन वाला पदार्थ नहीं है, ना असी ना कुछ होर चीज़ां। सुपने ज्यों संसार, ये संसार इस तरह ही है जिवें सुपना है। असी सुपना वलीने आ, सुपना सदा सच नहीं हुंदा, सुपना कदे सच नहीं हुंदा प्यारिओ। ये दुनिया भी सुपने दे न्याई है, पर सानू ना भुलेखा पै गया, असी भुलेखे विच जीउंदे आ। सो आओ जो इशारे गुरु तेग बहादुर साहब ने कीते ने उन्हां नूं समझिए कि सदा रहन वाला केवल निरंकार है। साडा जे शरीर बनिया तो ये सदा रहन लई नहीं है, ये आउण जाण वाली खेड है। सो निरंकार नूं याद रखिए जिन्हें सानू पैदा किया है, तो उस वाहिगुरू नूं याद रखिए जिन्हें सानू इन्ने सुख दिते ने। जे जीवन मिलिया इहदा आनंद लईए, इस जीवन 'च चंगे काम करिए, गुरबाणी पढ़िए, विचारिए, नेक काम करके संसार तो जाइए, ताकि साडा आउणा जाना सफल हो सके। ये लोग सुखीए पर लोग सुहेले, नानक हर प्रभ आपे मेले। इतनियां बेनतियां स्वीकार करियो जी। वाहिगुरू जी का खालसा, वाहिगुरू जी की फतेह।